नहीं पावा ओह अथाह ये थिर ना रहावा थोड़ा थल थानक अरंभै बिनही थांबे मंदिर थंबे थथा अथा था नहीं पावा। अथाह है। अथाह की है ਜਿਹੜਾ ਗਿਆਨ ਹੈ ਨਾ ਪਰਮੇਸ਼ਰ ਬ੍ਰਹਮ ਗਿਆਨ ਆਤਮ ਗਿਆਨ ਔਰ ਟੋਟਲ ਸ੍ਰਿਸ਼ਟੀ ਦੀ ਰਚਨਾ ਦਾ ਗਿਆਨ ਇਹ ਅਥਾਹ ਹੈ। ਜਿੰਨਾ ਸਾਨੂੰ ਗਿਆਨ ਚਾਹੀਦਾ ਇਹ ਨਹੀਂ ਅਥਾਹ ਹੈ। ਇਹ ਅਸੀਂ ਪੂਰਾ ਕਰਕੇ ਇੱਥੋਂ ਛੁੱਟਾਂਗੇ। ਜਿਹੜਾ ਛੁੱਟਣ ਦੀ ਵਿਧੀ ਦਾ ਗਿਆਨ ਹੈ ਉਹ ਅਥਾਹ ਨਹੀਂ ਹੈ। ਜੇ ਉਹ ਅਥਾਹ ਹੋਵੇ ਤਾਂ ਫਿਰ ਨਿਕਲ ਹੀ ਨਹੀਂ ਸਕਦਾ ਤਾਂ ਕੋਈ ਉਹਨੂੰ ਅਥਾਹ ਨਹੀਂ ਕਿਹਾ। ਉਹ ਤੋਂ ਬਾਹਰ ਵੀ ਬਹੁਤ ਕੁਝ ਗਿਆਨ ਹੈ। ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਸਾਡੇ ਕੋਲ ਜਵਾਬ ਨਹੀਂ ਹੁੰਦੇ। ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਗੁਰਬਾਣੀ ਜਵਾਬ ਨਹੀਂ ਦੇ ਰਹੀ। ਪਰ ਧਰਮ ਦੀ ਦੁਨੀਆ ਜਿਹੜੇ ਲੋਕ ਨੇ ਨਾ ਆਮ ਸਧਾਰਨ ਉਹ ਇਹੋ ਜਿਹੇ ਸਵਾਲ ਕਰਦੇ ਨੇ ਜਿਵੇਂ ਅਸੀਂ ਉਹ ਰੱਬ ਹੁੰਦੇ ਅਸੀਂ ਹਰੇਕ ਸਵਾਲ ਦਾ ਜਵਾਬ ਦਈਏ। ਔਰ ਇਹੋ ਜਿਹੀ ਪਰੰਪਰਾ ਵੀ ਪਿੱਛੇ ਆਈ ਹੈ। ਲੋਕ ਆਪਣੇ ਆਪ ਨੂੰ ਰੱਬੇ ਮੰਨਦੇ ਸੀ ਧਾਰਮਿਕ ਤਾਂ ਉਹ ਸਵਾਲ ਕਰਦੇ ਨੇ ਅਗਲੇ। ਭਗਤਾਂ ਨੇ ਤਾਂ ਹੀ ਆਪਣੇ ਆਪ ਨੂੰ ਦਾਸ ਕਿਹਾ ਵੀ ਦਾਸ ਦੀ ਤਾਂ ਸੀਮਿਤ ਨੌਲੇਜ ਹੁੰਦੀ ਹੈ। ਮਾਲਕ ਦੀ ਜਿਹੜੀ ਨੌਲੇਜ ਹੈ ਉਹ ਅਥਾਹ ਹੁੰਦੀ ਹੈ। ਜਿਹੜਾ ਬੜੀਆਂ ਬੜੀਆਂ ਜਿਹਦੇ ਕੋਲ ਹਜ਼ਾਰਾਂ ਲੱਖਾਂ ਫੈਕਟਰੀਆਂ ਨੇ ਐਡੀ ਕੁ ਫੈਕਟਰੀ ਆ ਇੱਕ ਸ੍ਰਿਸ਼ਟੀ ਸਾਰੀ ਆ ਜਿਹੜਾ ਆਪਣਾ ਧਰਤੀ ਹੈ ਇਹ ਸਾਰੀ ਇੱਕ ਫੈਕਟਰੀ ਹੈ ਉਹਦੀ। ਇਹੋ ਜਿਹੀਆਂ ਲੱਖਾਂ ਕਰੋੜਾਂ ਫੈਕਟਰੀਆਂ ਨੇ ਉਹਨੇ ਆਪੇ ਬਣਾਈਆਂ ਨੇ ਆਪੇ ਚਲਾਈਆਂ ਨੇ। ਉਹਦਾ ਗਿਆਨ ਅਥਾਹ ਹੈ। ਉਹ ਅਥਾਹ ਹੈ। ਉਹਦੀ ਬੁੱਧ ਅਥਾਹ ਹੈ। ਸਾਡੇ ਵਾਸਤੇ ਬੁੱਧ ਅਥਾਹ ਹੈ। ਸਾਡੇ ਵਾਸਤੇ ਅਥਾਹ ਉਹਦੀ ਥਾਹ ਨਹੀਂ ਪਾਇਆ ਜਾਂਦਾ। ਉਹਦੀ ਅਕਲ ਦਾ ਥਾਹ ਨਹੀਂ ਪਾਇਆ ਜਾਂਦਾ। ਉਹਦੇ ਗਿਆਨ ਦਾ ਥਾਹ ਨਹੀਂ ਪਾਇਆ ਜਾਂਦਾ। ਇਹ ਬੜਾ ਉੱਚਾ ਹੋਵੇ ਕੋਈ ਤੇ ਸੂਚੇ ਕੋਈ ਜਾਣੇ ਸੋ ਅਥਾਹ ਕਹਿਤਾ ਥਾਹ। ਇਸ ਸਵਾਲ ਦਾ ਜਵਾਬ ਨਾ ਅਸੀਂ ਖੋਜਣਾ ਨਾ ਸਾਨੂੰ ਖੋਜਣ ਦੀ ਲੋੜ ਹੈ। ਅਸੀਂ ਖੋਜਣਾ ਕੀ ਅਸੀਂ ਆਪਣਾ ਆਪ ਖੋਜਣਾ। ਕੀ ਅਸੀਂ ਤਾਂ ਆਪਣਾ ਕੌਣ ਨਾਨਕ ਬਿਨ ਆਪਾਂ ਚੀਨੇ ਬਿਟੇ ਨਾ ਭਰਮ ਕੀ ਕਾਈ ਖੋਜਣਾ ਆਪਣਾ ਆਪ। ਅਸੀਂ ਕਿਉਂ ਜਵਾਬ ਦਈਏ ਹੋਰ ਕਿਸੇ ਚੀਜ਼ ਦਾ? ਸਾਡਾ ਵਿਸ਼ਾ ਹੀ ਨਹੀਂ ਹੈ। ਜਿਹੜੇ ਜਵਾਬ ਆਮ ਲੋਕ ਪੁੱਛਦੇ ਨੇ ਨਾ ਉਹ ਸਾਡਾ ਵਿਸ਼ਾ ਨਹੀਂ। ਹੁਣ ਗੁਰਬਾਣੀ ਦਾ ਜਿਹੜਾ ਵਿਸ਼ਾ ਉਹਦੇ ਬਾਹਰ ਸਾਡਾ ਕੋਈ ਜਵਾਬ ਨਹੀਂ ਅਸੀਂ ਦੇ ਸਕਦੇ। ਮੈਡੀਕਲ ਸਾਇੰਸ ਵਾਲੇ ਨੂੰ ਕੋਈ ਪੁੱਛ ਲਵੇ ਇੰਜੀਨੀਅਰਿੰਗ ਦਾ ਸਵਾਲ ਮਕੈਨੀਕਲ ਦਾ ਉਹਦਾ ਕੀ ਮਤਲਬ ਉਹਦੇ ਨਾਲ? ਉਹਦਾ ਵਿਸ਼ਾ ਹੀ ਨਹੀਂ ਹੈ। ਉਹ ਤਾਂ ਪੁੱਛੋ ਜਿਹਦਾ ਵਿਸ਼ਾ ਜਾ ਕੇ। ਮਕੈਨੀਕਲ ਵਾਲੇ ਤੋਂ ਡਾਕਟਰੀ ਦਾ ਪੁੱਛ ਲਵੇ ਕੋਈ ਉਹ ਕਹੂ ਮੇਰਾ ਤਾਂ ਵਿਸ਼ਾ ਨਹੀਂ ਹੈ। ਸਾਨੂੰ ਕੋਈ ਇਹਦੇ ਵਿੱਚ ਸ਼ਰਮ ਨਹੀਂ ਮੰਨਣੀ ਚਾਹੀਦੀ ਕਿ ਸਾਡਾ ਵਿਸ਼ਾ ਨਹੀਂ ਹੈ। ਅਸੀਂ ਆਪਣੇ ਆਪ ਨੂੰ ਅਥਾਹ ਗਿਆਨ ਨਹੀਂ ਮੰਨ ਸਕਦੇ। ਗੁਰਬਾਣੀ ਨਹੀਂ ਮੰਨਦੀ ਹੈ ਇਸ ਗੱਲ ਨੂੰ। ਅਥਾਹ ਤਾਂ ਉਹਦਾ ਗਿਆਨ ਹੈ ਜਿਹਨੇ ਰਚਨਾ ਰਚੀ ਹੈ। ਸਿਰਜਣਹਾਰ ਦਾ ਗਿਆਨ ਅਥਾਹ ਹੈ। ਸਾਡਾ ਗਿਆਨ ਅਥਾਹ ਨਹੀਂ ਹੈ। ਫਿਰ ਤਾਂ ਅਸੀਂ ਸਿਰਜਣਹਾਰੇ ਹੋ ਗਏ। ਜੇ ਸਾਡਾ ਅਸੀਂ ਥਾਂ ਪਾ ਲਿਆ ਆ ਸਾਡਾ ਗਿਆਨ ਅਥਾਹ ਹੈ ਫਿਰ ਸਿਰਜਣਹਾਰ ਅਸੀਂ ਹੋ ਗਏ। ਇਸ ਕਰਕੇ ਕਣਕਾ ਹੈ ਸਾਨੂੰ ਵਾਸਤੇ। ਕਣਕਾ ਹੈ ਕਿ ਜਿਸ ਜੀ ਵਸਾਵੇ ਤਾਂ ਕਿ ਮੈਂ ਗੜੀ ਨਾ। ਕਣਕੇ ਨੂੰ ਜਿਹੜੇ ਸਮੁੰਦਰ ਸਮਝੀ ਜਾਂਦੇ ਨੇ ਤੇ ਉਹਨਾਂ ਨੇ ਨਾਨਕ ਨੂੰ ਸਮੁੰਦਰ ਬਣਾਤਾ ਪਰਮੇਸ਼ਰ ਬਣਾਤਾ। ਇਹੀ ਗਲਤੀਆਂ ਲੋਕਾਂ ਨੇ ਪਹਿਲਾਂ ਕੀਤੀਆਂ ਹੋਈਆਂ ਨੇ ਧਰਮ ਵਾਲੇ ਨੇ। ਉਹੀ ਗਲਤੀ ਅਸੀਂ ਕਰ ਲਈ। ਬੱਚੀ ਰਲ ਗਈ ਬੱਗ ਦੇ ਵਿੱਚ ਤਾਂ ਬੱਗ ਥੋੜ੍ਹੀ ਸਾਡਾ ਹੋ ਗਿਆ। ਇੱਕ ਬੱਚੀ ਲਿਆਂਦੀ ਅਸੀਂ ਕਿਤੋਂ ਬਾਗਾ 2-4 ਲੱਖ ਗਊ ਦਾ ਤੇ ਜੇ ਅਸੀਂ ਇੱਕ ਬੱਚੀ ਰਲਾ ਕੇ ਆਪਣਾ ਬਾਗ ਦਾ ਮਾਲਕ ਬਣ ਗਏ। ਆ ਗੱਲ ਕੀਤੀ ਹੋਈ। ਬੱਚੀ ਨਾ ਸੀ ਤਾਂ ਵੀ ਵਗ ਸੀ। ਉਹ ਬੱਚੀ ਵਿੱਚ ਰਲ ਗਈ ਵਗ ਤਾਂ ਵੀ ਵਗ। ਵਗ ਤਾਂ ਵਗ ਹੀ ਰਹੂਗਾ
ਮੱਛੀ 10 ਰਲ ਜਾਣ ਚਾਹੇ 5 ਵਿੱਚੋਂ ਨਿਕਲੇ ਹੋਣ, ਉਹ 'ਚ ਕੋਈ ਨਹੀਂ ਫਰਕ ਪੈਂਦਾ। ਸਮੁੰਦਰ 'ਚੋਂ ਹਜ਼ਾਰਾਂ ਲੱਖਾਂ ਟਨ ਪਾਣੀ, ਕਰੋੜਾਂ ਟਨ ਬੱਦਲ ਬਣ ਕੇ ਨਿਕਲਿਆ ਹੋਵੇ ਤਾਂ ਵੀ ਸਮੁੰਦਰ ਸਮੁੰਦਰ ਹੈ, ਜਾ ਕੇ ਦਰਿਆ ਉੱਥੇ ਪੈ ਜਾਣ ਰਲ ਜਾਵੇ ਤਾਂ ਵੀ ਸਮੁੰਦਰ ਸਮੁੰਦਰ ਹੀ ਹੈ, ਉੱਥੇ ਨਹੀਂ ਫਰਕ ਪੈਂਦਾ। ਸੱਚਖੰਡ ਦੀ ਆਬਾਦੀ ਨੂੰ ਕੋਈ ਨਹੀਂ ਫਰਕ ਪੈਂਦਾ, ਉਹ ਤੋਂ ਕਿੰਨੇ ਕਰੋੜ ਜੇ ਜਾ ਰਲਦੇ ਨੇ, ਕਿੰਨੇ ਅਰਬ ਖਰਬ ਉਹਦੇ 'ਚੋਂ ਇੱਧਰ ਆ ਜਾਂਦੇ ਨੇ, ਉਹਨੂੰ ਨਹੀਂ ਕੋਈ ਫਰਕ ਪੈਂਦਾ ਹੈਗਾ। ਤੇ ਉਹਦੇ ਬਰਾਬਰ ਕਿਸੇ ਇੱਕ ਵਿਅਕਤੀ ਨੂੰ ਮੰਨ ਲੈਣਾ, ਇਹ ਤੋਂ ਵੱਡੀ ਮੂਰਖਤਾ ਕੁਝ ਹੋ ਹੀ ਨਹੀਂ ਸਕਦੀ। ਇਹਦਾ ਮਤਲਬ ਹੈ ਉਸ ਬੰਦੇ ਨੂੰ ਗਿਆਨ ਹੈ ਕੁਝ ਨਹੀਂ, ਆਤਮਾ ਬਾਰੇ ਜਾਂ ਧਰਮ ਬਾਰੇ ਉਹਨੂੰ ਕੋਈ ਗਿਆਨ ਨਹੀਂ। ਹਾਂ, ਲੋਕਾਂ ਨੂੰ 1-2-4 ਕਿਤਾਬਾਂ ਪੜ੍ਹ ਕੇ ਜ਼ਿਆਦਾ ਗਿਆਨ ਹੋ ਸਕਦਾ, ਆਮ ਪਬਲਿਕ ਨੂੰ ਅਨਪੜ੍ਹਾਂ ਨੂੰ ਤਾਂ ਗਿਆਨ ਹੋ ਸਕਦਾ ਥੋੜ੍ਹਾ ਬਹੁਤਾ ਜ਼ਿਆਦਾ, ਪਰ ਜਿਹੜੇ ਜਾਣਦੇ ਨੇ, ਜਿਹਨਾਂ ਨੂੰ ਸਮਝ ਹੈ ਸਾਰੀ ਗੱਲ ਦੀ, ਜਿਹਨਾਂ ਨੂੰ ਕਮ ਸੇ ਕਮ ਰਾਜਾ ਰਾਮ ਕੀ ਕਹਾਣੀ ਦੀ ਸਮਝ ਆ ਗਈ, ਉਹ ਇਹ ਨਹੀਂ ਬਣ ਸਕਦੇ, ਉਹਨੂੰ ਗਿਆਨੀ ਨਹੀਂ ਬਣ ਸਕਦੇ, ਉਹਨੂੰ ਮੂਰਖ ਬਣਨਗੇ, ਮੂਰਖ। ਇਸ ਕਰਕੇ ਜਿੰਨੇ ਵਿਦਵਾਨ ਨੇ, ਜਿੰਨੇ ਰਿਸ਼ੀ ਮੁਨੀ ਨੇ, ਉਹ ਵੀ ਵਿਦਵਾਨ ਨੇ, ਪੰਡਤ ਨੇ, ਉਹਨਾਂ ਨੂੰ ਗੁਰਬਾਣੀ ਮੂਰਖ ਬਣਦੀ ਹੈ, ਸਾਰਿਆਂ ਨੂੰ ਮੂਰਖ ਕਹਿੰਦੀ ਹੈ। ਕਹੇ ਹੋਏ ਨੇ ਉਹ ਆਪਣੇ ਆਪ ਨੂੰ ਕਿੱਡੇ ਵੱਡੇ ਕਹਿੰਦੇ ਹੋ। ਆਪਣੇ ਆਪ ਨੂੰ ਵੱਡਾ ਸਮਝਣਾ ਹੀ ਇੱਕ ਭੁਲੇਖਾ ਹੈ, ਭਰਮ। ਵੱਡਾ ਮੰਨ ਲੈਣਾ ਆਪਣੇ ਆਪ ਨੂੰ ਹੀ ਭਰਮ ਦੀ ਨਿਸ਼ਾਨੀ ਹੈ, ਵੀ ਉਹ ਵੱਡੇ ਭਰਮ 'ਚ ਹੈ। ਭਾਂਡਾ ਖਾਲੀ ਹੈ, ਢੱਕਣ ਲੱਗਿਆ ਹੈ, ਖਾਲੀ ਹੈ, ਉਹ ਕਹਿੰਦਾ ਭਰਿਆ ਹੈ। ਢੱਕਣ ਤਾਂ ਨਹੀਂ ਚੱਕਣਾ ਚਾਹੁੰਦਾ ਵੀ ਦੂਏ ਦੇਖ ਲੈਣਗੇ ਖਾਲੀ ਹੈ, ਢੱਕਣ ਚੱਕੂ ਤਾਂ ਦੂਜਿਆਂ ਨੂੰ ਪਤਾ ਲੱਗ ਜੂ ਖਾਲੀ ਹੈ। ਥਾ ਥਾ ਨਹੀਂ ਪਾਵਾ, ਅਥਾਏ ਉਹ ਥਾ ਨਹੀਂ ਹੁਕਮ ਅਥਾਏ, ਹੁਕਮ ਨੂੰ ਕੀ ਕਰ ਰਿਹਾ, ਕੀ ਕਰੂਗਾ, ਕੀ ਕਿੰਨੀ ਕਰਦੀ, ਉਹ 'ਚ ਸਮਰੱਥਾ ਹੈ। ਇਹ ਗੱਲ ਨਹੀਂ ਕੋਈ ਦੱਸ ਸਕਦਾ, ਇਹ ਗੱਲ ਦਾ ਅੰਦਾਜ਼ਾ ਨਹੀਂ ਕੋਈ ਲਾ ਸਕਦਾ। ਉਹ ਅਥਾਏ ਔਰ ਅਥਾ ਰਹੂਗਾ, ਥਾ ਨਹੀਂ ਕੋਈ ਪਾ ਸਕਦਾ। ਉਹ ਅਥਾ ਇਹ ਥਿਰ ਨਾ ਰਹਾਵਾ, ਜਿੰਨਾ ਚਿਰ ਉਹ ਅਥਾ ਹੈ ਉਹਨਾਂ ਚਿਰ ਥਿਰ ਕਿਵੇਂ ਹੋ ਜਾਊਗਾ। ਇਹ ਜੇ ਥਾ ਪਾਉਂਦਾ ਰਹੂ ਥਿਰ ਨਹੀਂ ਰਹਿ ਸਕਦਾ, ਜੇ ਥਾ ਪਾਉਣ ਦੀ ਕੋਸ਼ਿਸ਼ ਕਰਦਾ ਰਹੂ ਜਿੰਨਾ ਚਿਰ, ਉਹਨਾਂ ਚਿਰ ਥਿਰ ਨਹੀਂ ਰਹਿ ਸਕਦਾ। ਜੋਗੀ ਥਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋਗੀ ਥਾ ਪਾਉਣ ਦੀ ਕੋਸ਼ਿਸ਼, ਮਾੜਾ ਵਾਲਾ ਥਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਔਰ ਭਗਤਾਂ ਤੋਂ ਥਾ ਪਵਾਈ ਹੋਈ ਆ ਉਹਨਾਂ ਨੇ। ਧਰੂ ਨੇ ਇਸ ਤਰੀਕੇ ਨਾਲ ਭਗਤੀ ਕਰੀ ਦਿਖਾਈ ਹੈ, ਇੱਕ ਲੱਤ ਭਾਰ ਹੋ ਕੇ ਸ੍ਰਿਸ਼ਟੀ ਡੋਲ ਗਈ ਸਾਰੀ, ਅਪਸੈਟ ਕਰ ਦੂੰ ਮੈਂ ਸਾਰੀ, ਨਸ਼ਟ ਕਰ ਦੂੰ ਸ੍ਰਿਸ਼ਟੀ। ਨਹੀਂ, ਮੇਰੀ ਗੱਲ ਸੁਣ ਮਨ, ਥਾ ਭਾਈ ਹੈ ਨਾ, ਜਿੰਨੀ ਤੇਰੀ ਸ਼ਕਤੀ ਹੈ ਉਹਦੇ ਨਾਲ ਮੇਰੀ ਸ਼ਕਤੀ ਜ਼ਿਆਦਾ ਹੋਗੀ। ਭਗਤੀ ਹੈ, ਇਹਨੂੰ ਕੌਣ ਕਹਿੰਦਾ ਭਗਤੀ? ਇਹ ਸ਼ਰੀਕਤ ਹੈ, ਸ਼ਰੀਕਤ। ਤੇਰੀ ਸ਼ਕਤੀ ਕਿੰਨੀ ਹੈ? ਤੂੰ ਗੱਡੀ ਨੂੰ ਧੱਕਾ ਲਾ ਕੇ ਚਲਾ ਰਿਹਾ, ਮੈਂ ਬ੍ਰੇਕਾਂ ਲਾ ਰਿਹਾ, ਮੈਂ ਪਿੱਛੇ ਨੂੰ, ਇੰਜਣ ਅੱਗੇ ਨੂੰ ਖਿੱਚ ਰਿਹਾ, ਮੈਂ ਪਿੱਛੇ ਨੂੰ ਖਿੱਚ ਰਿਹਾ। ਜੇ ਤਾਂ ਮੈਂ ਗੱਡੀ ਰੋਕ ਲਈ, ਇੰਜਣ ਚੱਲਦਾ, ਇੰਜਣ ਦਾ ਤਾਂ ਬੰਦ ਹੋ ਗਿਆ, ਆ ਫਿਰ ਟਾਇਰ ਘਸੀ ਗਏ, ਫਿਰ ਤਾਂ ਮੈਂ ਤਕੜਾ। ਜਦ ਗੱਡੀ ਦੇਖਿਆ ਵੀ ਡੋਲਦੀ ਹੈ, ਹੁਣ ਵਿਸ਼ਨੂੰ ਹੱਥ ਬੰਨ੍ਹ ਤੇ ਵਿਸ਼ਨੂੰ ਨੂੰ ਕਹਿੰਦੇ ਆ ਕੇ, ਐ ਤਾਂ ਕਹਾਣੀਆਂ ਨੇ। ਇਹਨੂੰ ਭਗਤੀ ਕਹਿੰਦਾ ਕੌਣ ਹੈ? ਇਹ ਭਾਣਾ ਮੰਨਣ ਵਾਲੀ ਗੱਲ ਹੈ, ਆਪਣਾ ਭਾਣਾ ਬਣਾਉਣ ਵਾਲੀ ਗੱਲ ਹੈ ਇਹ। ਤੇ ਉਹ ਲੋਕਾਂ ਨੇ ਕਹਿਣਾ ਹੀ ਸੀ ਰੱਬ ਨੂੰ ਬਚ ਕੀਤਾ, ਕਰ ਲਿਆ। ਉਹ ਵੀ ਠੀਕ ਕਹਿੰਦੇ ਨੇ ਵੀ ਬਚ ਕਰ ਲਿਆ, ਕੰਟਰੋਲ ਕਰ ਲਿਆ ਆਪਣੇ। ਉਹ ਠੀਕ ਕਹਿੰਦੇ ਨੇ ਵੀ ਧੰਨੇ ਦੇ ਫਿਰ ਉਹ ਗਊਆਚਾਰੀਆਂ ਕ੍ਰਿਸ਼ਨ ਨੇ ਰੱਖੇ ਛੱਡੇ, ਕੀਤਾ ਉਹ ਕੀਤਾ, ਤੇ ਇਹੀ ਕਹਿਣਗੇ, ਹੋਰ ਕੀ ਕਹਿਣਗੇ? ਇਹ ਸਾਰੀਆਂ ਝੂਠਿਆਂ ਦੀਆਂ ਗੱਲਾਂ ਨੇ, ਝੂਠੀਆਂ। ਨਾਲੇ ਕ੍ਰਿਸ਼ਨ ਦਾ ਵਿਚਾਰਾ ਨੱਕੇ ਛੱਡੂਗਾ, ਹੋਰ ਕਰੂਗਾ ਕੀ? ਗੁਰਬਾਣੀ ਦਾ ਕ੍ਰਿਸ਼ਨ ਕਾਲੇ ਨੂੰ ਮੰਨਦੀ ਹੈ, ਕਾਲਾ ਦਾ ਮਨ ਹੁੰਦਾ।
ਕਾਲਾ ਉਹ ਹੁੰਦਾ ਜਿਹਨੂੰ ਕਲੰਕ ਲੱਗਿਆ ਹੋਇਆ ਹੋਵੇ, ਕਲੰਕਿਤ ਹੋਵੇ। ਉਹ ਕਹਿੰਦਾ ਮੂੰਹ ਕਾਲਾ ਕਰ ਦੋ ਇਹਦਾ, ਤੈਂ ਮੂੰਹ ਕਾਲਾ ਕਰਾ ਲਿਆ, ਇਹ ਮੂੰਹ ਕਾਲਾ ਕਰਤਾ ਸਾਡਾ ਖਾਨਦਾਨ ਦਾ, ਤਾਂ ਕਲੰਕ ਹੈ ਮੂੰਹ ਕਾਲਾ ਹੋਣਾ। ਤਾਂ ਉਹ ਕਲੰਕ ਦਾ ਧੋਣ ਆਇਆ ਹੈ। ਕੋਕੋ ਨਾ ਕਲੰਕ ਗਇਓ ਰਾਮ ਨਾਮ ਲੇਤ ਹੀ। ਰਾਮ ਨਾਮ ਜੇ ਲੈ ਲਵੇ, ਪ੍ਰਾਪਤ ਕਰ ਲਵੇ, ਕਿਤੋਂ ਇਹਨੂੰ ਮਿਲ ਜਵੇ, ਰਾਮ ਨਾਮ ਪਹਿਲਾਂ ਟੋੜ ਲਵੇ, ਖੋਜ ਲਵੇ, ਸਮਝ ਲਵੇ, ਫਿਰ ਪ੍ਰਾਪਤ ਕਰ ਲਵੇ, ਕਲੰਕ ਚਲਾ ਜਾਂਦਾ। ਫਿਰ ਕ੍ਰਿਸ਼ਨ ਕ੍ਰਿਸ਼ਨ ਨਹੀਂ ਰਹਿ ਜਾਂਦਾ। ਕ੍ਰਿਸ਼ਨ ਤਾਂ ਇੱਕ ਜੀਵਾ, ਸਾਰੀ ਇੱਕ ਆਦਮੀ ਹੈ। ਹਰ ਕੀਟ ਕ੍ਰਿਸ਼ਨ ਹੈ, ਹਰ ਪਤੰਗ ਕ੍ਰਿਸ਼ਨ ਹੈ। ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਅਪਾਏ, ਕਰੋੜਾਂ ਕ੍ਰਿਸ਼ਨ ਵਰਗੇ ਕੀੜੇ ਪੈਦਾ ਕੀਤੇ ਨੇ। ਕੀੜਾ ਹੈ ਕ੍ਰਿਸ਼ਨ, ਮਤਲਬ ਦੇਹਧਾਰੀ ਹੈ। ਕੀਟ ਦੇਹਧਾਰੀ ਨੂੰ ਕਹਿੰਦੇ ਨੇ। ਜੇ ਦੇਹਧਾਰੀ ਨਹੀਂ ਫਿਰ ਰਾਮ ਹੈ। ਰਾਮ ਨੂੰ ਕੀਟ ਨਹੀਂ ਕਿਹਾ ਹੋਇਆ ਗੁਰਬਾਣੀ 'ਚ, ਕ੍ਰਿਸ਼ਨ ਨੂੰ ਕੀਟ ਕਿਹਾ ਹੈ। ਕ੍ਰਿਸ਼ਨ ਔਰ ਰਾਮ ਦੋਏ ਰਲ ਕੇ ਇੱਕ ਹੁੰਦੇ ਨੇ, ਵਰਨਾ ਦੋਏ ਅੱਧੇ ਅੱਧੇ ਨੇ। ਨਾ ਰਾਮ ਪੂਰਾ ਨਾ ਕ੍ਰਿਸ਼ਨ ਪੂਰਾ। ਅੰਦਰਲੇ ਦਾ ਨੋ ਰਾਮ ਹੈ ਜਿਹੜਾ ਸਾਹ ਲੈਂਦਾ, ਜਿਹੜਾ ਤਿਰਕੁਟੀ 'ਚ ਭਜਿਆ ਹੈਗਾ ਸਰੀਰ ਵਰਤਦਾ ਉਹ ਕ੍ਰਿਸ਼ਨ। ਇਸ ਕਰਕੇ ਦਸਮ ਪਾਤਸ਼ਾਹ ਨੇ ਦੋਏ ਤਖੱਲਸ ਵਰਤੇ ਨੇ। ਜੇ ਸੰਸਾਰੀ ਗਿਆਨ ਦੀ ਗੱਲ ਕਰਦੇ ਨੇ, ਜ਼ਿਆਦਾ ਆਪਣਾ ਤਖੱਲਸ ਵਰਤਦੇ ਨੇ ਕ੍ਰਿਸ਼ਨ। श्याम 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 और कृष्ण एक कोई अर्थ रखते। श्याम का मतलब भी काला होता है, कृष्ण का मतलब भी काला है। श्याम भी काले नूं कहते हैं, कृष्ण भी काले नूं। सांवला सांवला नहीं कहते, सांवला भी काला ही होता। कहना सांवला रंग है, थोड़ा जिहा कणक वर्ना जिहा, चिट्टा नहीं है। काला काला मिक्स है जी। हाँ पड़ता पिया है ना। चंद्रमे की लाइट दे विच हनेरा हुंदा, हनेरे का पूरा नाश नहीं करती। थोड़ी जी दूर तक चल रहा होता, अगे जाके नहीं दीदा। सूरज की लाइट पूरे तौर पर हनेरे का नाश करती है। किते कृष्ण से कीट कोटे बनाए, कृष्ण ਨੂੰ ਕੀੜਾ ਮੰਨਿਆ ਉਹਦਾ। ਸਾਰੇ ਹੀ ਕ੍ਰਿਸ਼ਨ ਨੇ, ਜਿਹਨੇ ਕੀਟ ਨੇ, ਜਿਹਨੇ ਜੀਵ ਜੰਤ ਨੇ, ਜੀਵ ਜੰਤ ਜਿਹਨੇ ਨੇ ਸਭ ਕ੍ਰਿਸ਼ਨ ਨੇ। ਕਿਤੇ ਰਾਮ ਸੇ, ਦੇਖੋ ਰਾਮ ਸੇ, ਰਾਮ ਕੀਟ ਨਹੀਂ ਹੈ, ਸਭੇ ਘਟ ਰਾਮ ਬੋਲੇ। ਕਿਤੇ ਰਾਮ ਸੇ ਮੇਟ ਡਾਰੇ ਉਪਾਏ, ਉਪਾਏ ਔਰ ਮੇਟ ਤੇ ਉਪਾਏ ਕੀ, ਉਹਦੀ ਜੇ ਜੋਤ ਬਾਹਰ ਆਈ ਹੈ। ਅਸਲ 'ਚ ਰਾਮ ਜਾਂ ਜਿਹੜਾ ਆਲੇ ਦੁਆਲੇ ਉਹਦੇ ਬਣਿਆ ਨਾ, ਉਹਦਾ ਬਾਹਰ ਲਾਈਟ ਆਈ ਹੈ, ਜਿਹਨੂੰ ਮਨ ਕਹਿੰਦੇ ਆ। ਰਾਮ ਦਾ ਮਨ ਜਾਂ ਬਾਹਰ ਮੁਖੀ ਹੋਇਆ, ਉਸੇ ਨੂੰ ਉਪਾਏ ਕਿਹਾ ਰਾਮ। ਉਹ ਉਪਾਇਆ ਰਾਮ, ਯਾਨੀ ਉਹਦੀ ਉਹਦਾ ਮਨ ਉਹਦੇ ਬਾਹਰ ਆ ਗਿਆ, ਉੱਪਰ ਆ ਗਿਆ। ਉਪਾਏ ਉੱਪਰ ਮਨ ਆ ਗਿਆ, ਅੰਦਰ ਰਾਮ ਹੋ ਗਿਆ। ਹੁਣ ਰਾਮ ਤਾਂ ਰਹਿ ਗਿਆ ਅੰਦਰ, ਮਨ ਜੋਤ ਆ ਗਈ ਬਾਹਰ। ਮਨੇ ਬਾਹਰ ਫਿਰਦਾ ਨਾ ਸਾਡਾ ਭੱਜਿਆ, ਮਨ ਬਾਹਰ ਹੈ, ਰਾਮ ਅੰਦਰ ਹੈ। ਇਸ ਕਰਕੇ ਜਿਹਦਾ ਸਰੀਰ ਤੇ ਰਾਜ ਹੈ, ਸੰਸਾਰ 'ਚ ਦਖਲ ਉਹੀ ਦੇ ਸਕਦਾ, ਕੁਛ ਉਹੀ ਕਰ ਸਕਦਾ। ਇਹ ਆਪਣੀ ਮਨਮਾਨੀ ਕ੍ਰਿਸ਼ਨ ਕਰ ਰਿਹਾ ਹੈ, ਮਨ ਆਪਣੀ ਮਨਮਾਨੀ ਕਰ ਰਿਹਾ ਹੈ, ਆਪਣੀ ਮਰਜ਼ੀ ਕਰ ਰਿਹਾ ਹੈ। ਰਾਮ ਲਾਚਾਰ ਹੈ, ਉਹ ਕਹਿ ਸਕਦਾ, ਸਮਝਾ ਸਕਦਾ, ਸਿੱਖਿਆ ਹੀ ਦੇ ਸਕਦਾ ਹੈ। ਮੰਨੇ ਨਾ ਮੰਨੇ, ਹੁਣ ਨਾ ਮੰਨਣ ਨਾਲ ਮੰਨਣਾ ਇਹਦੀ ਬਸ ਦੀ ਗੱਲ ਹੈ। ਜਿਵੇਂ ਆਪਾਂ ਕਹਿੰਦੇ ਨੇ ਵੀ ਮਨ ਨਹੀਂ ਮੰਨਦਾ, ਇਹ ਗੱਲ ਹਾਲਾਂਕਿ ਬਣਾਉਣ ਦੀ ਕੋਸ਼ਿਸ਼ ਕਰਦੇ ਪਰ ਮੰਨਦਾ ਨਹੀਂ। ਮਨ ਬਾਗੀ ਹੋ ਜਾਂਦਾ, ਬਾਗੀ ਤਾਂ ਹੈ ਉਹ ਮਨੇ ਬਾਗੀ। ਹਾਂਜੀ, ਉਹ ਅਥਾ ਇਹ ਥਰਨਾ ਰਹਾਵਾ। ਜਿੰਨਾ ਚਿਰ ਉਹ ਅਥਾ ਹੈ ਔਰ ਅਥਾ ਰਹੂਗਾ ਹੀ, ਇਹ ਥਰ ਨਹੀਂ, ਇਹ ਥਰ ਨਹੀਂ ਰਹਿ ਸਕਦਾ। ਉਹ ਅਥਾ ਰਹੂਗਾ ਹੀ ਰਹੂਗਾ। ਜਿੱਦਣੇ ਮੰਨ ਲਿਆ ਵੀ ਉਹ ਅਥਾ ਰਹੂਗਾ ਹੀ ਰਹੂਗਾ, ਮੈਂ ਉਹਦਾ ਥਾ ਪਾਉਣਾ ਨਹੀਂ,
ਉਦੋਂ ਫਿਰ ਹੋਊਗਾ। ਜੇ ਉਹਦਾ ਅੰਤ ਕੋ ਪਾਵਨ ਜੋ ਗਏ ਆਏ ਸੋ ਅੰਤ ਗਵਾਏ। ਜਿਹੜਾ ਥਾਂ ਪਾਉਣ ਗਿਆ ਅਖੀਰ ਥਾਂ ਨਹੀਂ ਪਾ ਸਕਿਆ, ਗਵਾ ਕੇ ਆ ਗਿਆ। ਮਾਇਆ ਦੀ ਰਚਨਾ ਦਾ ਹੀ ਥਾਂ ਪਾਉਣ ਲੱਗ ਗਿਆ। ਕਹਿੰਦੇ ਨੇ ਬ੍ਰਹਮਾ ਲੜਕੀ 'ਚ ਵੜ ਗਿਆ। ਲੜਕੀ ਕਿਹੜੀ 'ਚ ਵੜ ਗਿਆ? ਜਿੱਥੋਂ ਰਸ ਆ ਰਿਹਾ ਸੀ ਆ ਲੜਕੀ 'ਚ, ਗਰਭ 'ਚੋਂ। ਵੀ ਇਹ ਇੱਧਰੋਂ ਰਸ ਆ ਰਿਹਾ, ਕੀ ਚੀਜ਼ ਬਣ ਕੇ ਆ ਰਹੀ ਹੈ, ਕਿਵੇਂ ਆ ਰਹੀ ਹੈ? ਜਿਹੜਾ ਸਰੀਰ ਬਣੀ ਜਾਂਦਾ, ਇਹਦੇ ਸਾਰੇ ਹੀ ਮਿਕਸ ਨੇ ਤੱਤ। ਕਿਵੇਂ ਮਿਕਸ ਹੋ ਰਹੇ ਨੇ? ਉੱਥੇ ਕੀ ਚੀਜ਼ ਮਿਕਸ ਕਰ ਰਹੀ ਹੈ? ਇਹ ਤੱਤ ਪੰਜ ਨੇ, ਪਰ ਉਹ ਰਸ ਪੰਜਾਂ ਦਾ ਮਿਕਸਚਰ ਬਣ ਕੇ ਆ ਰਿਹਾ। ਜਿਹਦਾ ਸਰੀਰ ਬਣਦਾ ਪੰਜੇ ਉੱਥੇ ਮਿਕਸ ਹੋਏ ਨੇ। ਹੱਡੀਆਂ ਕੀ ਚੋਂ ਨਿਕਲਦੀਆਂ ਨੇ? ਉਸੇ ਰਸ ਚੋਂ। ਬਾਲ ਕਿਹਦੇ ਬਣਦੇ ਨੇ? ਉਸੇ ਰਸ ਚੋਂ। ਚਮੜਾ ਕਾਜੋ ਬਣੇ? ਉਸੇ ਰਸ ਚੋਂ। ਖੂਨ ਕਾਜੋ ਬਣੇ? ਉਸੇ ਰਸ ਚੋਂ। ਵਿੱਚ ਚਰਬੀ ਕਾਜੋ ਬਣੀ? ਉਸੇ ਰਸ ਚੋਂ। ਇਹ ਕੀ ਕਰਾਮਾਤ ਹੈ ਰਸ ਦੇ ਵਿੱਚ। ਇਹ 'ਚ ਵੜ ਗਿਆ। ਕਈ ਕਰੋੜ ਸਾਲ ਖੋਜ ਕਰਦਾ ਰਿਹਾ, ਇਹਦੀ ਉਹ ਨਹੀਂ ਸਮਝ ਆਈ। ਫੇਰ ਕਹਿੰਦੇ ਨੇਤ ਨੇਤ ਕਰਕੇ ਬਾਹਰ ਨਿਕਲਿਆ। ਬੇਅੰਤ ਬੇਅੰਤ ਕਹਿ ਕੇ ਬਾਹਰ ਨਿਕਲਿਆ। ਇਹ ਨਹੀਂ ਪਤਾ ਲੱਗਦਾ। ਨੇਤ ਨੇਤ ਮੁਖ ਚਾਰ ਬਤਾਵਾ। ਚਾਰ ਮੁਖੀ ਬ੍ਰਹਮਾ ਨੇ, ਚਾਰ ਗਿਆਨ ਜਿਹੜੇ ਚਾਰੇ ਪੈਰ ਕਾਇਮ ਨੇ, ਜਿਹਦੇ ਚਾਰੇ ਪੱਖ ਦਾ ਜਿਹਨੂੰ ਗਿਆਨ ਹੈ, ਉਹ ਬੇਅੰਤ ਬੇਅੰਤ ਕਹਿ ਕੇ ਬਾਹਰ ਨਿਕਲਿਆ। ਇਹ ਨਹੀਂ ਪਤਾ ਲੱਗ ਸਕਦਾ ਤੇਰਾ। ਸਾਨੂੰ ਲੋੜ ਵੀ ਕੀ ਹੈ ਪਤਾ ਲਾਉਣ ਦੀ? ਮਾਇਆ ਦੀ ਖੋਜ ਜਿੰਨੀ ਮਰਜ਼ੀ ਕਰਦੇ ਰਹੋ, ਕਦੇ ਐਸਾ ਹੋ ਨਹੀਂ ਸਕਦਾ ਕਿ ਸਾਰੀ ਖੋਜ ਮਾਇਆ ਦੀ ਆਦਮੀ ਕਰ ਲਵੇ। ਉਹ ਤੋਂ ਪਹਿਲਾਂ ਆਦਮੀ ਮਾਇਆ ਦੀ ਖੋਜ ਕਰੂਗਾ, ਆਦਮੀ ਨੇ ਆਪਣੇ ਆਪ ਨੂੰ ਨਸ਼ਟ ਕਰ ਲੈਣਾ। ਐਸੀਆਂ ਨੇ ਸ਼ਕਤੀਆਂ ਬਣਾ ਲੈਣੀਆਂ ਨੇ। ਇਹਦੇ ਦਿਮਾਗ ਦੇ ਕੀੜੇ ਨੇ ਕਹਿਣਾ ਹੁਣ ਮੈਂ ਰਾਜ ਕਰ ਲਾਂ ਸਾਰੀ ਦੁਨੀਆ 'ਤੇ। ਉਹਦੇ ਦੇ ਵਿਰੋਧੀਆਂ ਨੇ ਬਣਾ ਲੈਣੀਆਂ ਨੇ, ਉਹਦਾ ਦੂਜਿਆਂ ਨੇ ਬਣਾ ਲੈਣੀਆਂ ਨੇ। ਆਪਸ ਵਿੱਚ ਹੀ ਲੜਕੇ ਹੀ ਮਰ ਜਾਣੇ। ਇਹ ਤਾਂ ਹੋ ਸਕਦਾ ਜਿਹੜਾ ਕਿ ਹੋਣ ਨੂੰ ਤਿਆਰ ਹੈ। ਤੇ ਇਸ ਕਰਕੇ ਗੁਰਮੁਖ ਇਸਰਾ ਪੈਂਦੇ ਹੀ ਨਹੀਂ। ਮਾਇਆ ਦੀ ਖੋਜ ਨੂੰ ਗੁਰਮੁਖਾਂ ਨੇ ਮਨਾ ਕੀਤਾ, ਨਹੀਂ ਪੈਣਾ। ਇਸ ਵਿਦਿਆ ਦਾ ਨਾਮ, ਇਸ ਗਿਆਨ ਦਾ ਨਾਮ ਵਿਗਿਆਨ ਤਾਂ ਹੀ ਰੱਖਿਆ ਹੈ। ਗਿਆਨ ਨਹੀਂ ਹੈ ਵਿਗਿਆਨ। ਵਿਗਿਆਨ ਹੁੰਦਾ ਬਹੁਤ ਹੀ ਖਤਰਨਾਕ ਗਿਆਨ। ਉਹ ਗਿਆਨ ਜਿਹੜਾ ਸਾਨੂੰ ਬਰਬਾਦ ਕਰ ਸਕਦਾ ਹੈ, ਆਦਮੀ ਨੂੰ ਬਰਬਾਦ ਕਰ ਦੂਗਾ। ਆਦਮੀ ਦੇ ਖਾਣ ਪੀਣ ਦੀਆਂ ਚੀਜ਼ਾਂ ਬਰਬਾਦ ਕਰ ਦੂਗਾ, ਆਦਮੀ ਦੀ ਅਕਲ ਨੂੰ ਬਰਬਾਦ ਕਰ ਦੂਗਾ, ਆਦਮੀ ਦੇ ਚੈਨ ਨੂੰ ਬਰਬਾਦ ਕਰ ਦੂਗਾ। ਔਰ ਬਰਬਾਦ ਸਭ ਕੁਝ ਹੋ ਗਿਆ। ਹੁਣ ਅਸੀਂ ਕਰ ਲਿਆ। ਜਿੰਨੀ ਤਰੱਕੀ ਹੋਰ ਕਰਾਂਗੇ ਹੋਰ ਬਰਬਾਦ ਹੋ ਜਾਊਗਾ। ਅੱਜ ਜਿੰਨੀਆਂ ਸਾਡੇ ਕੋਲ ਸਹੂਲਤਾਂ ਨੇ, ਪਹਿਲਾਂ ਸ਼ਾਇਦ ਨਹੀਂ ਹੋਣੀਆਂ ਇੰਨੀਆਂ। ਚਲੋ 100 ਸਾਲ ਪਿੱਛੇ, 200 ਸਾਲ ਪਿੱਛੇ ਤਾਂ ਹੈ ਨਹੀਂ ਸੀ। 1000 ਸਾਲ ਪਿੱਛੇ ਵੀ ਹੈ ਨਹੀਂ ਸੀ। 2000 ਸਾਲ ਪਿੱਛੇ ਵੀ ਹੈ ਨਹੀਂ ਸੀ। ਪਰ ਪੀਸ ਆਫ ਮਾਈਂਡ ਜਿਹੜਾ ਜਦੋਂ ਪਿੱਛੇ ਜ਼ਿਆਦਾ ਸੀ। ਡਿਪਰੈਸ਼ਨ ਦੇ ਮਰੀਜ਼ ਪਿੱਛੇ ਜ਼ਿਆਦਾ ਘੱਟ ਸੀ। ਸਹੂਲਤਾਂ ਕਾਹਦੀਆਂ ਆਈਆਂ? ਡਿਪਰੈਸ਼ਨ। ਸਹੂਲਤਾਂ ਤਾਂ ਸੀ ਜੇ ਡਿਪਰੈਸ਼ਨ ਘਟਦਾ, ਚਿੰਤਾ ਘਟਦੀ। ਚਿੰਤਾ ਵਾਸਤੇ ਤਰੱਕੀ ਹੁੰਦੀ ਹੈ ਨਾ, ਵੀ ਸਾਨੂੰ ਜਿਹੜੀ ਚਿੰਤਾਵਾਂ ਸਾਡੀਆਂ ਖਤਮ ਹੋਣ। ਜੇ ਚਿੰਤਾਵਾਂ ਵਧੀਆਂ ਨੇ ਤਾਂ ਉਹ ਜ਼ਰੂਰ ਗਿਆਨ ਨਹੀਂ ਸੀ, ਵਿਗਿਆਨ ਸੀ। ਪ੍ਰੈਕਟੀਕਲ ਜੋ ਹੋਇਆ ਹੈ ਇਸ ਗਿਆਨ ਨੇ ਕੀਤਾ ਹੈ, ਅੱਜ ਸਾਬਤ ਹੋ ਗਿਆ। ਦਰਅਸਲ ਇਹਦਾ ਨਾਮ ਵਿਗਿਆਨ ਜਿਹੜਾ ਪਾਇਆ ਸੀ, ਉਹ ਨਾਮ ਗੁਰਮੁਖਾਂ ਨੇ ਰੱਖਿਆ ਸੀ। ਇਹਨਾਂ ਨੂੰ ਨਹੀਂ ਪਤਾ ਵਿਗਿਆਨ ਦਾ ਅਰਥ ਕੀ ਹੁੰਦਾ। ਇਹਨਾਂ ਨੂੰ ਇਹ ਵੀ ਨਹੀਂ ਪਤਾ ਵਿਗਿਆਨ ਦਾ ਅਰਥ ਕੀ ਹੁੰਦਾ। ਵਿਗਿਆਨ ਦਾ ਅਰਥ ਹੁੰਦਾ ਉਹ ਗਿਆਨ ਜਿਹੜਾ ਤੁਹਾਡਾ ਬੁੱਧੀ ਦਾ ਨਾਸ਼ ਕਰ ਦੂ, ਰੱਬ ਨੂੰ ਮੰਨਣ ਤੇ ਹਟ ਜਾਓਗੇ। ਆਤਮਾ ਦੀ ਖੋਜ ਬੰਦ ਕਰਾ ਦੂ ਥੋਤੇ। ਆਤਮ ਚਿੰਤਨਾ ਬੰਦ ਕਰਾ ਦੂਗਾ, ਤੁਹਾਡੇ ਜੀਵਨ ਬਰਬਾਦ ਕਰ ਦੂਗਾ ਉਹ ਵਿਗਿਆਨ। ਹੋਰੇ ਪਾਸੇ ਲਾ ਦੂਗਾ ਉਹ ਵਿਗਿਆਨ। ਔਰ ਬੜੇ ਖੁਸ਼ੀ ਖੁਸ਼ੀ ਤੁਸੀਂ ਹੋਰ ਪਾਸੇ ਲੱਗ ਜਾਓਗੇ। ਇੱਕ ਤਾਂ ਅੱਗੇ ਤਾਂ ਲਾਉਂਦੇ ਸੀ ਨਾ, ਕੌਣ ਲਾਉਂਦੇ ਸੀ ਭਲਾ?
ਸੰਤ, ਘਟੀਆ ਕਿਸਮ ਦੇ ਗੁਰੂ, ਇਹ ਵੀ ਤੋੜ ਕੇ ਦੂਏ ਪਾਸੇ ਲਾਉਂਦੇ ਸੀ ਨਾ। ਪਰ ਇਹਨਾਂ ਨੂੰ ਲਾਉਣ ਦੀ ਲੋੜ ਨਹੀਂ। ਇੱਕ ਐਸਾ ਗਿਆਨ ਹੈ ਜਿਹੜਾ ਤੁਹਾਨੂੰ ਆਪੇ ਲੱਗ ਜਾਂਦੇ ਹੋ ਤੁਸੀਂ। ਉਹ ਗਿਆਨ ਇਹ ਲਾ ਦਿੰਦਾ ਤੁਹਾਨੂੰ, ਧਰਮ ਦਾ ਪ੍ਰਚਾਰ ਹੀ ਨਹੀਂ ਕਰਦਾ। ਨਾਲੇ ਤੁਹਾਨੂੰ ਪਤਾ ਹੀ ਨਹੀਂ, ਉਹ ਤਾਂ ਪਤਾ ਲੱਗਦਾ ਹੈ, ਉਹ ਤੋਂ ਤੁਸੀਂ ਜਵਾਬ ਮੰਗੋਗੇ। ਦੂਜੀਆਂ ਮੱਤਾਂ ਤੋਂ ਤਾਂ ਜਵਾਬ ਮੰਗੋਗੇ, ਧਰਮ ਦੇ ਇੱਧਰ ਦਾ ਧਰਮ ਦਾ ਨਾ ਕੋਈ ਸਵਾਲ ਹੈ, ਨਾ ਕੋਈ ਜਵਾਬ ਹੈ, ਨਾ ਕੋਈ ਮੰਗਦਾ। ਚਾਟ ਇਹ ਐਸੀ ਲਾਈ ਹੈ, ਧਰਮ ਦਾ ਵਿਸ਼ਾ ਹੀ ਨਹੀਂ, ਖੁਸ਼ੀ ਖੁਸ਼ੀ ਅਪਣਾ ਕੇ ਇਹਨੂੰ ਚੱਲ ਪਏ। ਉਹ ਕਹਿੰਦੇ ਨੇ ਧਰਮ ਦੀ ਤਾਂ ਸਾਡੀ ਕੋਈ ਗੱਲ ਨਹੀਂ, ਅਸੀਂ ਤਾਂ ਬੰਦੇ ਦੀਆਂ ਸਹੂਲਤਾਂ ਵਾਸਤੇ ਕਰ ਰਹੇ ਹਾਂ ਸਭ ਕੁਛ। ਕੀ ਸਹੂਲਤਾਂ ਹੜੇ ਕਿ ਐਟਮ ਬੰਬ ਸਹੂਲਤਾਂ ਵਾਸਤੇ ਬਣਾਏ ਨੇ? ਕੀ ਸਹੂਲਤ ਦਊਗਾ ਐਟਮ ਬੰਬ? ਜਿੱਥੇ ਚੱਲ ਗਿਆ ਬੜੀਆਂ ਸਹੂਲਤਾਂ ਮਿਲ ਜਾਣੀਆਂ ਨੇ ਉੱਥੇ। ਇੱਥੇ ਪਹੁੰਚ ਗਏ ਸਾਰੇ ਸਿਆਣੇ ਬੰਦੇ ਵੀ ਜੋ ਕੁਛ ਹੋ ਗਿਆ ਗਲਤ ਹੋ ਗਿਆ, ਪਰ ਹਟ ਵੀ ਨਹੀਂ ਸਕਦੇ। ਹੁਣ ਇੱਕ ਦੂਏ ਦਾ ਡਰ ਹੈ, ਇਹਦੇ ਕੋਲ ਜ਼ਿਆਦਾ ਨਾ ਹੋਣ, ਮੇਰੇ ਕੋਲ ਘੱਟ ਨਾ ਹੋਣ, ਇਹ ਸਾਨੂੰ ਨਾ ਮਾਰਨ, ਹੋਣ ਸਾਨੂੰ ਨਾ ਮਾਰਨ। ਜਦ ਆਦਮੀ ਨੂੰ ਇੰਨੀ ਆਦਮੀ ਤੇ ਬੇਵਿਸ਼ਵਾਸੀ ਹੋ ਗਈ, ਕਿਹਨੇ ਕੀਤੀ? ਤਾਂ ਹੋਈ ਜਦ ਗੁਰਮਤਿ ਛੱਡ ਕੇ ਹੋਰ ਮਤ ਧਾਰਨ ਕਰ ਲਈ। ਆਦਮੀ ਨੂੰ ਆਦਮੀ ਤੇ ਵਿਸ਼ਵਾਸ ਕਿਹੜੀ ਚੀਜ਼ ਨੇ ਪੈਦਾ ਕਰਨਾ ਸੀ? ਪ੍ਰੇਮ ਨੇ। ਇਹ ਪ੍ਰੇਮਾ ਭਗਤੀ ਦਾ ਤਿਆਗ ਤੀ ਤੁਸੀਂ। ਇਹਨੂੰ ਤਾਂ ਕਹਿਤਾ ਤਾਂ ਫੀਮ ਹੈ ਜੀ ਧਰਮ ਤਾਂ। ਧਰਮ ਤਾਂ ਇੱਕ ਫੀਮ ਹੈ, ਬਸ ਲੋਕ ਲੱਗੇ ਰਹਿੰਦੇ ਨੇ, ਸਾਰੀ ਜ਼ਿੰਦਗੀ ਨਹੀਂ ਛੁੱਟਦੀ। ਇੱਕ ਵਾਰ ਨਿਆਣੇ ਨੂੰ ਲਾ ਦਈਏ ਜ਼ਿੰਦਗੀ ਭਰ ਨਹੀਂ ਛੁੱਟਦੀ, ਇਹਨੂੰ ਤਾਂ ਫੀਮ ਕਹਿਤਾ। ਤੇ ਤੁਸੀਂ ਫੀਮ ਛੱਡ ਕੇ ਫਿਰ ਕੀਤਾ ਕੀ? ਚਲੋ ਤੁਸੀਂ ਫੀਮ ਨਹੀਂ ਖਾਧੀ, ਤੁਸੀਂ ਬੁੱਧੀਹੀਨ ਹੋ ਗਏ, ਤੁਹਾਡਾ ਅੱਗਾ ਵੀ ਬੰਦ ਹੋ ਗਿਆ। ਨਾ ਪਿੱਛੇ ਨੂੰ ਮੁੜ ਸਕਦੇ ਹੋ, ਨਾ ਅੱਗੇ ਨੂੰ ਜਾ ਸਕਦੇ ਹੋ, ਤੁਸੀਂ ਉੱਥੇ ਫਸ ਗਏ। ਹੁਣ ਉਹੀ ਕਹਿੰਦੇ ਵੀ ਧਰਮ ਅੱਗੇ ਆਉਣ ਸਾਰੇ, ਕੋਈ ਐਸਾ ਧਰਮ ਬਣੇ ਦੁਨੀਆ ਨੂੰ ਬਚਾਵੇ। ਦੁਨੀਆ ਤਾਂ ਵੱਜਦੀ ਆ ਲੋਕ ਜੇ ਧਾਰਮਿਕ ਹੋ ਜਾਣ, ਪਰ ਧਰਮ ਵੀ ਇੱਕੋ ਹੋਵੇ ਜਿਹਨੂੰ ਸਾਰੇ ਧਰਮ ਮੰਨ ਲੈਣ। ਇਹ ਵਿਸ਼ਾ, ਇਹ ਲੋੜ ਯੂਐਨਓ ਦੀ। ਮੁਸਲਮਾਨ ਇਸੇ ਗੱਲ ਮੇਰੇ ਨਾਲ ਆਇਆ ਸੀ ਨਾ, ਗੱਲ ਕਰਦਾ ਜਮਾਤ ਇਸਲਾਮੀਆ ਦਾ ਜਿਹੜਾ ਸੀ, ਉਹ ਕਹਿੰਦਾ ਇਹ ਯੂਐਨਓ ਦੀ ਲੋੜ ਹੈ। ਬ੍ਰਹਮ ਕੁਮਾਰੀਆਂ ਨੂੰ ਕਿਹਾ ਤੁਸੀਂ ਗੁਰਬਾਣੀ ਦੀ ਖੋਜ ਕਰਕੇ ਦੱਸੋ ਵੀ ਇਹ ਕੀ ਹੈ ਗੁਰਬਾਣੀ, ਤਾਂ ਇਹ ਸ਼ਾਂਤੀ ਦੁਨੀਆ ਚਾਹੂ। ਇਹਨਾਂ ਗੱਲਾਂ ਨਾਲ ਸਰਬ ਧਰਮ ਸੰਮੇਲਨ ਕਰਕੇ ਕੁਛ ਨਹੀਂ ਨਿਕਲਣ ਵਾਲਾ। ਜਿਹੜੇ ਲੋਕ ਕਰਦੇ ਨੇ ਸਰਬ ਧਰਮ ਸੰਮੇਲਨ, ਉਹਨੂੰ ਧਰਮ ਦਾ ਗਿਆਨ ਹੀ ਨਹੀਂ, ਉਹਨਾਂ ਚੋਂ ਕਿਸੇ ਨੂੰ ਵੀ, ਉਹਨਾਂ ਚੋਂ ਕਿਸੇ ਨੂੰ ਧਰਮ ਦਾ ਗਿਆਨ ਨਹੀਂ ਹੈ। ਇਹਨਾਂ ਦੇ ਰਿਜ਼ਲਟ ਕੀ ਹੁੰਦੇ ਨੇ? ਕੁਛ ਵੀ ਨਹੀਂ। ਰਿਜ਼ਲਟ ਕੀ ਹੋਣੇ ਨੇ? ਕੀ ਇਹਨਾਂ ਨੇ ਧਰਮ ਇਕੱਠੇ ਕਰਤੇ? ਕਿਵੇਂ ਕਰ ਦੇਣਗੇ? ਧਰਮ ਬਾਰੇ ਦਾ ਗਿਆਨ ਹੈ ਕਿਸੇ ਨੂੰ? ਕੋਈ ਧਰਮ ਹੁੰਦਾ ਕੀ ਹੈ ਪਤਾ ਹੀ ਕਿਸੇ ਨੂੰ ਕੁਛ ਨਹੀਂ। ਇਹ ਤਾਂ ਉਹ ਹੈ ਨੇਰੇ 'ਚ ਭਜਦੇ ਨੇ, ਨੇਰੇ 'ਚ ਭੱਜੇ ਜਾ ਰਹੇ, ਕੁਛ ਨਹੀਂ ਪਤਾ ਰਿਹਾ ਹੈਗਾ ਵੀ ਇਹਦਾ ਹੁਣ ਕਰੀਏ ਕੀ। ਜੇ ਬਾਂਦਰ ਨੇ ਸੀਖ ਜਾੜ ਲਈ, ਪੈਟਰੋਲ ਦਾ ਸੀਗਾ ਡਿਪੂ, ਨੂੰ ਅਗਲਾ ਹੁਣ ਭੱਜਿਆ ਫਿਰਦਾ, ਉਹ ਅੱਗ ਗਾਂ ਵਧੀ ਜਾਂਦੀ ਹੈ, ਬਾਂਦਰ ਭੱਜਿਆ ਫਿਰਦਾ। ਹੁਣ ਕੀ ਕਰ? ਬਸ ਸੀਖ ਜਾੜ ਜਾਣਦਾ ਸੀ, ਸੀਖ ਉਹਨੇ ਜਾਣਦੀ ਬਾਂਦਰ ਨੇ, ਪਾਪਾ ਅੱਗ ਵਧੀ ਜਾਂਦੀ ਹੈ। ਤੇ ਪੈਟਰੋਲ ਨੇ ਪੈਟਰੋਲ ਹੈ, ਜੰਗਲ ਨੂੰ ਅੱਗ ਲੱਗੀ ਜਾਂਦੀ ਹੈ, ਅੱਗ ਗਾਂ ਵਧੀ ਜਾਂਦੀ ਹੈ, ਉਹ ਭੱਜਿਆ ਫਿਰਦਾ। ਹੁਣ ਕੀ ਕਰਾਂ? ਅੱਗ ਲਾਉਣ ਜਾਣਦਾ ਸੀ, ਭਜਾਉਣ ਤਾਂ ਜਾਣਦਾ ਹੀ ਨਹੀਂ। ਚਾਹੀਦੀ ਅਕਲ ਹੁੰਦੀ ਲਾਉਂਦਾ ਕਿਉਂ? ਜੇ ਅਕਲ ਹੁੰਦੀ ਭਜਾਉਣ ਦੀ ਤਾਂ ਲਾਉਂਦਾ ਕਿਉਂ?
ਵੀ ਇਹ ਜਲੀ ਹੋਈ ਅੱਗ ਕਰੂਗੀ ਕੀ? ਜੇ ਅਕਲ ਹੁੰਦੀ ਤਾਂ ਇਹ ਰਾਹ ਕਿਉਂ ਫੜਦੇ? ਥੋੜੇ ਥਲ ਥਾਨਕ ਆਰੰਭੈ। ਥੋੜੇ ਥਾਨਕ ਆਰੰਭ। ਜਗ੍ਹਾ ਥੋੜੀ ਸੀ, ਸਮਾਂ ਥੋੜਾ ਸੀ ਜ਼ਿੰਦਗੀ ਦਾ, ਪ੍ਰੋਗਰਾਮ ਵੱਡਾ ਉਲੀਕ ਲਿਆ। ਪ੍ਰੋਗਰਾਮ ਵੱਡਾ ਉਲੀਕ ਲਿਆ। ਥਾਂ ਥੋੜਾ ਸੀ, ਨਕਸ਼ਾ ਬਣਾ ਲਿਆ 2 ਬਿੱਗੇ ਦਾ, ਥਾਂ ਸੀ 2 ਵਿਸਵੇ। ਕਹਿੰਦਾ 2.5 ਵਿਸਵੇ ਤਾਂ ਵਿੱਚ ਦਾ ਰਸੋਈਓ ਬਣਾਉਣੀ ਹੈ। ਨਕਸ਼ੇ ਤੇ ਤਾਂ ਰਸੋਈ ਬਣਾ ਲਈ 2.5 ਵਿਸਵੇ 'ਚ। ਕੁੱਲ ਪਲਾਟ ਹੈ ਇਕੱਲਾ 2 ਵਿਸਵੇ ਦਾ। ਸਭ ਕੁਝ ਬਣਾਉਣਾ ਭਾਈ, ਕਮਰੇ ਵੀ ਬਣਾਉਣੇ ਨੇ, ਡਰਾਇੰਗ ਰੂਮ ਵੀ ਬਣਾਉਣਾ ਹੈ, ਬਾਥਰੂਮ ਵੀ ਬਣਾਉਣਾ ਹੈ, ਲਾਨ ਵੀ ਰੱਖਣਾ ਹੈ, ਗੱਡੀ ਵੀ ਅੰਦਰ ਬਾੜਨੀ ਹੈ। ਥਾਂ ਥੋੜਾ, ਸਮਾਂ ਥੋੜਾ ਸੀ, ਪ੍ਰੋਗਰਾਮ ਬਣਾ ਲਿਆ ਲਵੋ। ਥਾਨ ਘਰ ਹੰਭ ਲਿਆ। ਹੁਣ ਕੀ ਕਰਦਾ? ਆਲੇ ਦੁਆਲੇ ਕੀ ਆ? ਆਲੇ ਦੁਆਲੇ ਹੈ ਬਹੁਤ ਗਹਿਰਾ ਸਮੁੰਦਰ। ਹੁਣ ਸਮੁੰਦਰ 'ਚ ਥੰਮਲਾ ਵੀ ਨਹੀਂ ਹੋ ਸਕਦਾ। ਥੰਮਲਾ ਵੀ ਤਾਂ ਹੀ ਹੋ ਸਕਦਾ ਹੈ ਵੀ ਜੇ ਉਹਦੀ ਗਹਿਰਾਈ ਦਾ ਪਤਾ ਹੋਵੇ। ਹੁਣ ਬਿਨ ਥੰਮਾ ਹੀ ਮੰਦਰ ਥੰਮੇ, ਥੰਮਲਿਆਂ ਦੇ ਬਿਨਾਂ ਹੀ ਮੰਦਰ ਕਢਾਉਣਾ ਚਾਹੁੰਦਾ। ਇਹਦਾ ਮਤਲਬ ਕੀ ਹੈ ਅਸਲ ਵਿੱਚ? ਉਹ ਅਥਾਹ ਪਰਮੇਸ਼ਰ ਦੀ ਗੱਲ ਸ਼ੁਰੂ ਕਰ ਲਈ, ਇੱਕ ਧਰਮ ਕ੍ਰੀਏਟ ਕਰ ਲਿਆ ਨਵਾਂ ਮਤ। ਹੁਣ ਲੋਕਾਂ ਨੂੰ ਵਿਸ਼ਵਾਸ ਤਾਂ ਦਵਾ ਸਕਦਾ ਨਹੀਂ, ਗੱਲਾਂ ਬਹੁਤ ਕਰਦਾ ਹੈ। ਪਿੱਲਰ ਜਿਹੜੇ ਬਣਾਉਂਦਾ ਹੈ, ਜਿਹੜੀਆਂ ਗੱਲਾਂ ਕਰਦਾ, ਉਹਦਾ ਬੇਸ ਕੋਈ ਨਹੀਂ ਹੈ। ਮਹਿਲ ਬਣਾ ਕੇ ਕਢਾਤਾ ਧਰਮ ਦਾ, ਥੱਲੇ ਉਹਦੇ ਪੈਰ ਹੈ ਹੀ ਨਹੀਂ। ਪੈਰ ਤਾਂ ਸੱਚ ਤੇ ਟਿਕਣੇ ਤੇ ਆ ਕੇ। ਬਿਨ ਥੰਮੇ ਹੀ ਮੰਦਰ ਧਰਮ ਸਾਰੇ ਬਣਾਏ ਹੋਏ ਨੇ, ਬਹੁਤ ਵੱਡੇ ਵੱਡੇ, ਥੱਲੇ ਬੇਸ ਕੁਛ ਵੀ ਨਹੀਂ। ਵਿਸ਼ਨੂੰ ਜੇ ਸ੍ਰਿਸ਼ਟੀ ਕਹਿੰਦੇ ਮਹਾਪਰਲਯ ਆ ਗਈ, ਵਿਸ਼ਨੂੰ ਖੀਰ ਸਾਗਰ 'ਚ ਹੈ। ਕਿਉਂਕਿ ਵਿਸ਼ਨੂੰ ਕਿੱਥੋਂ ਆਇਆ ਤੇ ਖੀਰ ਸਾਗਰ ਕਿੱਥੋਂ ਆਇਆ? ਬਸ ਸਾਰੇ ਖਤਮ ਹੋ ਗਿਆ। ਬਿਨ ਥੰਮੇ ਹੀ ਮੰਦਰ ਥੰਮੇ। ਇਹ ਪਿੱਲਰ ਦਾ ਆਧਾਰ ਹੈ, ਪਿੱਲਰ ਦਾ ਆਧਾਰ ਹੈ ਝੂਠ। ਵਿਸ਼ਨੂੰ ਕਿੱਥੋਂ ਆਇਆ? ਖੀਰ ਸਾਗਰ ਕਿੱਥੋਂ ਆਇਆ? ਤੁਸੀਂ ਕਹਿੰਦੇ ਸਭ ਕੁਝ ਨਸ਼ਟ ਹੋ ਗਿਆ। 2 ਚੀਜ਼ਾਂ ਪਈਆਂ ਨੇ, ਆਦਮੀ ਹੈ, ਇੱਕ ਪਿਆ ਵਿਸ਼ਨੂੰ। ਫਿਰ ਉੱਥੇ ਸ਼ੇਸ਼ਨਾਗ ਵੀ ਹੈਗਾ। ਜੇ ਆਦਮੀ ਹੈ, ਕੁਝ ਖਾਂਦਾ ਵੀ ਹੋਊਗਾ। ਜੇ ਆਦਮੀ ਹੈ, ਉਹਦੇ ਕੱਪੜੇ ਵੀ ਪਾਏ ਹੋਏ ਨੇ। ਇਹ ਤਾਂ ਸਾਰੇ ਝੂਠ ਹੈ। ਫਿਰ ਨਸ਼ਟ ਤਾਂ ਹੋਇਆ ਹੀ ਨਹੀਂ ਕੁਛ। ਇਹ ਬਿਨਾਂ ਪਿੱਲਰਾਂ ਤੋਂ ਮੰਦਰ ਨੇ ਬਣਾਏ ਹੋਏ। ਮੱਤਾ ਹੁਣ ਪਤਾ ਲੱਗ ਗਿਆ ਕੀ ਗੱਲ ਹੈ। ਗੁਰਬਾਣੀ ਦਾ ਕੋਈ ਬੇਸ ਹੈ। ਬਿਨਾਂ ਥੰਮਾ ਤੋਂ ਨਹੀਂ ਮੰਦਰ ਹੈ ਬਣਾਏ ਹੋਏ। ਸਾਚੇ ਤੋਂ ਪਵਨਾ ਪਿਆ, ਪਵਨਾਂ ਤੋਂ ਜਲ ਹੋਏ, ਜਲ ਤੇ ਤ੍ਰਿਭੁਵਨ ਸਾਜਿਆ, ਘਟ ਘਟ ਜੋਤ ਸਮੋਏ। ਇਹ ਤਾਂ ਹੈਗਾ। ਨਾਲੇ ਗੁਰਬਾਣੀ ਅਥਾਹ ਮੰਨਦੀ ਹੈ, ਪਰ ਇੰਨਾ ਕਥਾ ਹੈਗਾ, ਇੰਨਾ ਕਥਾ ਹੈਗਾ, ਇੰਨੀ ਕੁ ਸਮਝ ਆਈ ਹੈ। ਸਾਰੇ ਦੀ ਸਮਝ ਨਹੀਂ ਆਈ। ਸਾਰਾ ਅਥਾਹ ਹੈ। ਕੁਛ ਕੁਛ ਪਾਇਓ ਭੇਦ ਕਹਿ ਕੇ ਚੱਲਿਆ ਕਬੀਰ। ਕਬੀਰ ਕੀ ਚੱਲਿਆ? ਕੁਛ ਕੁਛ ਪਾਇਓ ਭੇਦ ਕਹਿ ਕੇ ਚੱਲੇ। ਥੋੜਾ ਜਿਹਾ ਭੇਦ ਆਇਆ, ਕੁਛ ਥੋੜਾ ਜਿਹਾ, ਬਾਕੀ ਅਥਾਹ ਹੈ ਸਭ ਕੁਛ। ਕੁਛ ਜਿੰਨਾ ਕੁ ਭੇਦ ਆਇਆ, ਉਨੀ ਇੱਕ ਗੱਲ ਉਸੇ ਨੂੰ ਬੇਸ ਬਣਾ ਕੇ ਸਾਰਾ ਮੰਦਰ ਕਾਇਮ ਕੀਤਾ ਹੈ। ਸਾਰਾ ਧਰਮ ਦਾ ਜਿਹੜਾ ਹੈ ਨਾ ਕਿਲਾ, ਇਹ ਜਿਹੜਾ ਧਰਮ ਦਾ ਬਣਾਇਆ ਹੈ ਰਾਜ ਕਿਲਾ, ਇਹ ਉਹਦੇ ਤੇ ਬਣਾਇਆ ਹੈ ਸਾਰਾ। ਕੁਛ ਹੈ ਥਾ, ਕੁਛ ਗੱਲ ਠੋਸ ਹੈ, ਉੱਥੇ ਕੁਛ ਵੀ ਠੋਸ ਨਹੀਂ ਹੈ। ਬੇਸ ਹੀ ਨਹੀਂ ਹੈ ਕਿਸੇ ਧਰਮ ਦਾ। ਹਾਂਜੀ,
ਥੋੜੇ ਥਣ ਥਣਕ ਆਰੰਭੈ ਬਿਨ ਥੰਬੋ ਹੀ ਮੰਦਰ ਇਹ ਥੰਬੈ। ਜਿਹੜੀ ਗੱਲ ਸੀ ਬਿਨ ਥਾਮੇ ਹੀ ਮੰਦਰ ਥੰਮੈ, ਇਹ ਗੱਲ ਬੁਝਾਰਤ ਬੜੀ ਤਕੜੀ ਸੀ। ਉਹ ਮੰਦਰ ਮੰਨ ਕੇ ਮੈਂ ਥੰਮ ਜੂਗਾ, ਥੰਮ ਸੱਚ ਤਾਂ ਹੈ ਨਹੀਂ, ਸੱਚ ਬਿਨਾ ਮਨ ਨਹੀਂ ਖੜਨਾ ਹੈ। ਇਹਨਾਂ ਧਰਮਾਂ ਤੇ ਮਨ ਤਾਂ ਨਹੀਂ ਖੜਦਾ, ਮਨ ਮੰਦਰ ਹੈ ਨਾ। ਮਨ ਮੰਦਰ ਖੜੂਗਾ ਕਦ? ਜਦ ਸੁਰਤ ਦੀ ਥੰਬੀ ਲੱਗ ਜੂਗੀ ਵਿੱਚ ਤਾਂ ਖੜੂ। ਜਦ ਸੁਰਤ ਥੰਬੀ ਬਣ ਕੇ ਨਾ ਮਨ ਨੂੰ ਸਹਾਰਾ ਦਊ ਤਾਂ ਮਨ ਖੜੂਗਾ, ਵਰਨਾ ਮਨ ਨੇ ਨਹੀਂ ਖੜਨਾ। ਮਨ ਤਾਂ ਇੱਕ ਟੈਂਟ ਹੈ, ਟੈਂਟ ਨਹੀਂ ਹੁੰਦਾ। ਉਹ ਸੁਰਤ ਗਿਰ ਗਈ, ਮਨ ਗਿਰ ਗਿਆ, ਟੈਂਟ ਗਿਰ ਗਿਆ, ਤੰਬੂ ਗਿਰ ਗਿਆ। ਜੇ ਵਰਜਾਲੇ ਚੋਪ ਖੜੀ ਹੈ ਤਾਂ ਚਾਨਣੀ ਖੜੀ ਹੈ। ਮਨ ਮੰਦਰ ਮੈਂ ਮਨਸਾ ਥੰਮ, ਮਨ ਦੀ ਇੱਛਾ ਦਾ ਥੰਮ ਬਣਾ ਕੇ ਸਾਰੀ ਇਹ ਮਤ ਖੜੀ ਹੈ ਉਹਦੇ ਆਸ। ਮਨ ਦੀ ਇੱਛਾ ਨਹੀਂ ਰੁਕ ਸਕਦੀ, ਸਾਰੀਆਂ ਮੱਤਾਂ ਬੰਦੀਆਂ ਨੇ। ਇਹ ਨਕਤੀ ਹੈ, ਇਹ ਨਹੀਂ ਕੱਟੀ ਜਾ ਸਕਦੀ ਮਨ ਦੀ ਇੱਛਾ। ਇੱਥੇ ਮਨ ਦੀ ਇੱਛਾ ਨੂੰ ਕਢਾਉਣ ਦਾ ਥੰਮ ਹੈ ਬਣਾਤਾ, ਬੇਸ ਹੈ। ਕਿਵੇਂ ਖੜਦੀ ਹੈ ਗੱਲ ਦੱਸਤੀ। ਗਿਆਨ ਕਾ ਬੰਦਾ ਮਨ ਰਹਾ, ਪਰ ਗੁਰ ਬਿਨ ਗਿਆਨ ਨਾ ਹੋਏ। ਇਹ ਬੇਸ ਹੈ। ਉੱਥੇ ਬੇਸ ਕੋਈ ਨਹੀਂ, ਉੱਥੇ ਬੇਸ ਹੈ ਝੂਠ। ਸਿਮਰਤ ਵੇਦ ਪ੍ਰਾਣ ਪੁਕਾਰਨ, ਗਿਆਨ ਬਿਨਾ ਸਭ ਗਿਆਨ ਹੈ ਨਹੀਂ। ਉਹ ਗਿਆਨ ਕਾ ਬੰਦਾ ਬਣ ਰਿਹਾ ਜਿਹੜਾ ਸੀ ਨਾ, ਉਹ ਗਿਆਨ ਹੈ ਨਹੀਂ। ਉਹ ਸ਼ਰਧਾ ਦੇ ਆਸਰੇ ਕਢਾਉਂਦੇ ਨੇ, ਝੂਠ ਦੇ ਆਸਰੇ ਕਢਾਉਂਦੇ ਨੇ। ਸੱਚ ਦੇ ਆਸਰੇ ਬਿਨਾਂ ਨਹੀਂ ਖੜਨਾ, ਸੱਚ ਦੇ ਆਸਰੇ ਬਿਨਾਂ ਨਹੀਂ ਖੜਨਾ। ਖੜਾ ਸੀ ਕਬੀਰ ਨੇ, ਟੈਸਟ ਕਰ ਲਿਆ, ਝੂਠ ਦੇ ਆਸਰੇ ਕਢਾਇਆ ਸੀ ਨਾ। ਉਹ ਕੁਛ ਨਹੀਂ ਮਿਲਿਆ ਜਿਹੜਾ ਕੁਛ ਕਹਿੰਦੇ ਤੈਨੂੰ ਮਿਲੂਗਾ। ਆਖਰ ਛੱਡਤਾ ਉਹਨੇ, ਧਰਮ ਹੀ ਛੱਡਤਾ, ਵਾਲਾ ਛੱਡਤੀ। ਤਾਂ ਉਹਨੂੰ ਜਾ ਕੇ ਬੇਸ ਕਿੱਥੋਂ ਮਿਲਿਆ? ਇਹ ਮਿਲਿਆ ਮਗਰ ਤੋਂ। ਇਹ ਭਗਤਾਂ ਦੀ ਬਾਣੀ ਸੀ, ਭਗਤਾਂ ਦੀ ਕਥਾ ਸੀ, ਹਰ ਕੀ ਕਥਾ ਸੀ, ਇਹ ਰਾਜਾ ਰਾਮ ਕੀ ਕਹਾਣੀ ਸੀ, ਗ੍ਰੰਥਾਂ ਵਿੱਚ ਦਰਜ ਸੀ, ਮਗਰ ਸੀ। ਉਹ ਤਾਂ ਪੜ੍ਹ ਲਈ, ਸਮਝ ਆ ਗਈ। ਸਾਡੇ ਕੋਲ ਵੀ ਉਹੀ ਹੈ, ਭਾਸ਼ਾ ਦਾ ਫਰਕ ਹੈ, ਬੋਲੀ ਦਾ ਫਰਕ ਹੈ ਨਾ। ਬੋਲੀ ਬਦਲਦੀ ਰਹਿੰਦੀ ਹੈ, ਬੋਲੀ ਬਦਲ ਗਈ। ਦੱਦਾ ਦੇਖ ਜੋ ਬਿਨਸਣ ਹਾਰਾ, ਜਸ ਅਦੇਖ ਤਸ ਰਾਖ ਵਿਚਾਰਾ। ਜੋ ਦਿਸ ਰਿਹਾ ਦੱਦਾ ਦੇਖੀ, ਜੋ ਬਿਨਸਣ ਹਾਰਾ, ਜੋ ਦਿਖਾਈ ਦੇ ਰਿਹਾ ਸਭ ਨਾਸਵੰਤ ਹੈ। ਦਿਖਾਈ ਤਾਂ ਮੂਰਤੀ ਦੇ ਰਹੀ ਹੈ, ਮੂਰਤੀ ਨੂੰ ਭਗਵਾਨ ਮੰਨਦਾ। ਤੇਰਾ ਭਗਵਾਨ ਨਾਸਵੰਤ ਹੈ। ਅੱਜ ਦੇ ਸੰਦਰਭ ਵਿੱਚ ਸਿੱਖਾਂ ਨੂੰ ਕੀ ਦਿਖ ਰਿਹਾ? ਗੁਰਦੁਆਰੇ ਜੋ ਕੁਝ ਦਿਖ ਰਿਹਾ ਸਭ ਬਿਨਸਨਹਾਰ ਹੈ। ਬਸ ਅੱਖਾਂ ਨੂੰ ਜੋ ਦਿਸ ਰਿਹਾ ਹੈ, ਚਾਹੇ ਉਹ ਮੰਦਰ ਹੈ, ਚਾਹੇ ਉਹ ਮਸਜਿਦ ਹੈ, ਚਾਹੇ ਉਹ ਗੁਰਦੁਆਰਾ ਹੈ, ਚਾਹੇ ਕੁਝ ਵੀ ਹੈ। ਈਵਨ ਸਾਡਾ ਸਰੀਰ ਵੀ ਬਿਨਸਨਹਾਰ ਹੈ। ਸਰੀਰ ਜਿਹੜਾ ਭਗਤਾਂ ਦਾ ਵੀ ਬਿਨਸਨਹਾਰਾ ਸੀ। ਭਗਤ ਆਪਣੇ ਸਰੀਰ ਨੂੰ ਕਹਿ ਰਿਹਾ ਵੀ ਜੋ ਤੈਨੂੰ ਮੇਰਾ ਦੀਨ ਹੈ, ਬਿਨਸਨਹਾਰ ਹੈ, ਇਹਦੇ ਨਾਲ ਨਾ ਜੁੜ ਜਿਓ। ਉਹਨਾਂ ਨੇ ਤਾਂ ਇਹ ਕਹਿਦਾ ਜਿਹੜਾ ਤੁਹਾਨੂੰ ਦੀਨ ਹੈ। ਕ੍ਰਿਸ਼ਨ ਵੀ ਕਹਿੰਦੇ, ਦੇਖੋ ਦਸਮ ਗ੍ਰੰਥ 'ਚ ਕ੍ਰਿਸ਼ਨ ਦੇ ਮੂੰਹ ਤੋਂ ਕਹਾ ਰਹੇ ਨੇ ਦਸਮ ਪਾਤਸ਼ਾਹ ਕਿ ਜੋ ਮੈਂ ਤੁਹਾਨੂੰ ਦਿਖ ਰਿਹਾ ਇਹ ਮੈਂ ਕ੍ਰਿਸ਼ਨ ਨਹੀਂ ਹਾਂ, ਇਹ ਮੈਂ ਨਹੀਂ ਹਾਂ। ਤੁਸੀਂ ਕਿਉਂ ਗੋਪੀਆਂ ਨੂੰ ਕਹਿ ਰਿਹਾ? ਜੋ ਤੁਹਾਨੂੰ ਦਿਖ ਰਿਹਾ ਮੈਂ ਨਹੀਂ ਹਾਂ, ਜੋ ਮੈਂ ਹਾਂ ਤੁਹਾਨੂੰ ਦਿਸ ਨਹੀਂ ਰਿਹਾ। ਮੈਂ ਤਾਂ ਅੰਦਰ ਬੋਲਦਾ, ਇਹਦੇ ਬਿਰਮੀ 'ਚ ਸੱਪ। ਜੋ ਮੈਂ ਬੋਲਦਾ ਉਹ ਤੁਹਾਨੂੰ ਨਹੀਂ ਦੀਦਾ। ਆ ਤੁਹਾਨੂੰ ਜਿਹਦੇ ਨਾਲ ਬੋਲਦਾ ਨਾ, ਜੀਭ, ਮੂੰਹ, ਬੁੱਲ, ਸਾਰਾ ਸਰੀਰ ਇਹ ਦੀਦਾ। ਫੇਫੜੇ ਜੇ ਸਾਹ ਨਾ ਲੈਣ ਬੋਲ ਨਹੀਂ ਸਕਦਾ। ਹਾਰਟ ਜੇ ਚੱਲੇ ਨਾ ਫੇਫੜੇ ਸਾਹ ਨਹੀਂ ਲੈ ਸਕਦੇ। ਇੱਕ ਦੂਏ ਦਾ ਦੇਖੋ ਕਿੰਨਾ। ਹਾਰਟ ਜੇ ਨਾ ਵਰਕ ਕਰੇ ਤਾਂ ਫੇਫੜਾ ਨਹੀਂ ਚੱਲਦਾ, ਫੇਫੜਾ ਨਹੀਂ ਚੱਲਦਾ, ਸਾਹ ਨਹੀਂ ਆਉਂਦਾ।